ਹੈਲੋ ਬੇਟਾ, ਹੁਣ ਵਾਰੀ ਆ ਗਈ ਤੁਹਾਡੀ ਸੈਲਫ ਚੈੱਕ ਕਰਨ ਦੀ। ਆਨਸਰਸ ਦੇ ਸਮੇਤ ਇਹ ਸਾਰੀ ਵੀਡੀਓ ਹੈ। ਤੁਸੀਂ ਆਪਣੇ ਆਨਸਰਸ ਦੇ ਨਾਲ ਮੇਲ ਕਰਾ ਕੇ ਜਿੰਨੇ ਤੁਹਾਡੇ ਇਮਾਨਦਾਰੀ ਨਾਲ ਮਾਰਕਸ ਬਣਦੇ ਹੈ ਉਹ ਲਗਾ ਕੇ ਪਿਕ ਖਿੱਚਣੀ ਹੈ ਅਤੇ ਵਟਸਐਪ ਗਰੁੱਪ ਵਿੱਚ ਸੈਂਡ ਕਰ ਦੇਣੀ ਹੈ। ਸ਼ਾਬਾਸ਼ ਬੇਟਾ, ਵੈਰੀ ਗੁੱਡ। ਅੱਜ ਦਾ ਟੌਪਿਕ ਹੈ ਬੇਟਾ ਭਾਰਤੀ ਨਾਗਰਿਕਾਂ ਨੂੰ ਮਿਲਣ ਵਾਲੇ ਮੌਲਿਕ ਅਧਿਕਾਰਾਂ ਦਾ ਵਰਗੀਕਰਨ। ਇਹ ਟੌਪਿਕ ਵਿਸਤ੍ਰਿਤ ਹੋਣ ਕਰਕੇ ਇਸ ਦਾ ਪਹਿਲਾ ਹਿੱਸਾ ਅੱਜ ਆ ਰਿਹਾ ਅਤੇ ਉਸ ਤੋਂ ਅਗਲਾ ਹਿੱਸਾ ਕੱਲ੍ਹ ਆਵੇਗਾ, ਯਾਨੀ ਇਸ ਟੌਪਿਕ ਵਿੱਚੋਂ 2 ਦਿਨ ਕੁਇਜ਼ ਹੋਵੇਗੀ। ਚਲੋ ਸ਼ੁਰੂ ਕਰੀਏ ਫਿਰ। ਪਹਿਲਾ ਸਵਾਲ ਹੈ, ਕਿਸ ਸਾਲ 44ਵੀਂ ਸੰਵਿਧਾਨਕ ਸੋਧ ਦਾ ਕਾਨੂੰਨ ਪਾਸ ਕੀਤਾ ਗਿਆ? ਇਨ ਵਿਚ ਈਅਰ was the 44th Constitutional Amendment Act passed? ਸਵਾਲ ਹੈ, ਕਿਸ ਸਾਲ 44ਵੀਂ ਸੰਵਿਧਾਨਕ ਸੋਧ ਦਾ ਕਾਨੂੰਨ ਪਾਸ ਕੀਤਾ ਗਿਆ? ਇਸ ਦੇ ਆਪਸ਼ਨਸ ਹਨ A 1968, B 1978, C 1988 ਜਾਂ D 1998। ਪੰਜਾਬੀ ਵਿੱਚ A 1968, B 1978, C 1988 ਜਾਂ D 1998। And the correct answer is ਹਾਂ ਬੇਟਾ, ਤੁਸੀਂ ਖਾਲੀ ਸਥਾਨ ਭਰਨਾ ਹੈ। ਸੰਪਤੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਲਿਆ ਗਿਆ ਸੀ ਅਤੇ ਇਸ ਨੂੰ ਇੱਕ ਨਵੇਂ ਡੈਸ਼ ਵਿੱਚ ਰੱਖਿਆ ਗਿਆ ਸੀ। ਤੁਸੀਂ ਆਰਟੀਕਲ ਦੱਸਣਾ। ਇੱਕ ਸਧਾਰਨ ਕਾਨੂੰਨੀ ਅਧਿਕਾਰ ਦੇ ਤੌਰ 'ਤੇ ਇਸ ਨੂੰ ਡੈਸ਼ ਵਿੱਚ ਰੱਖਿਆ ਗਿਆ ਸੀ। ਇਨ ਇੰਗਲਿਸ਼, ਰਾਈਟ ਟੂ ਪ੍ਰੋਪਰਟੀ was taken away from the list of fundamental rights and placed in a new dash as an ordinary legal right। ਪੰਜਾਬੀ 'ਚ ਦੁਹਰਾਉਂਦਾ ਹਾਂ। ਸੰਪਤੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਲਿਆ ਗਿਆ ਸੀ ਅਤੇ ਇਸ ਨੂੰ ਇੱਕ ਨਵੇਂ ਡੈਸ਼ ਵਿੱਚ ਆਰਟੀਕਲ ਦੱਸਣਾ ਇੱਕ ਸਧਾਰਨ ਕਾਨੂੰਨੀ ਅਧਿਕਾਰ ਦੇ ਤੌਰ 'ਤੇ ਰੱਖ ਦਿੱਤਾ ਗਿਆ ਸੀ। Options are A Article 100A, B Article 200A, C Article 300A or D Article 400A। ਪੰਜਾਬੀ ਵਿੱਚ ਅਨੁਛੇਦ 100A, B ਅਨੁਛੇਦ 200A, C ਅਨੁਛੇਦ 300A ਜਾਂ D ਅਨੁਛੇਦ 400A। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਸਿੱਖਿਆ ਦਾ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਇੱਕ ਮੌਲਿਕ ਅਧਿਕਾਰ ਦੇ ਤੌਰ 'ਤੇ ਦਿੱਤਾ ਗਿਆ ਹੈ? ਅੰਡਰ ਵਿਚ ਆਰਟੀਕਲ ਇਜ਼ ਦਾ ਰਾਈਟ ਟੂ ਐਜੂਕੇਸ਼ਨ ਪ੍ਰੋਵਾਈਡਡ ਇਨ ਦੀ ਇੰਡੀਅਨ ਕੌਨਸਟੀਟਿਊਸ਼ਨ ਐਜ਼ ਅ ਫੰਡਾਮੈਂਟਲ ਰਾਈਟ? ਸਿੱਖਿਆ ਦੇ ਅਧਿਕਾਰ ਨੂੰ ਕਿਸ ਅਨੁਛੇਦ ਦੇ ਅਧੀਨ ਮੌਲਿਕ ਅਧਿਕਾਰ ਦੇ ਰੂਪ ਵਿੱਚ ਭਾਰਤੀ ਸੰਵਿਧਾਨ ਵਿੱਚ ਦਿੱਤਾ ਗਿਆ ਹੈ? ਇਸ ਦੇ ਆਪਸ਼ਨਸ ਹਨ A ਆਰਟੀਕਲ 21A, B ਆਰਟੀਕਲ 31A, C ਆਰਟੀਕਲ 41A ਔਰ D ਆਰਟੀਕਲ 51A। ਪੰਜਾਬੀ ਵਿੱਚ A ਅਨੁਛੇਦ 21A, B ਅਨੁਛੇਦ 31A, C ਅਨੁਛੇਦ 41A ਔਰ D ਅਨੁਛੇਦ 51A। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 29 ਅਤੇ 30 ਵਿੱਚ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 29 to 30
of the Indian Constitution? ਭਾਰਤੀ ਸੰਵਿਧਾਨ ਵਿੱਚ ਅਨੁਛੇਦ 29 ਤੋਂ 30 ਦੇ ਵਿੱਚ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to constitutional remedies, B. Right to freedom of religion, C. Cultural and educational rights, or D. None of these. ਪੰਜਾਬੀ ਵਿੱਚ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, B. ਧਾਰਮਿਕ ਸੁਤੰਤਰਤਾ ਦਾ ਅਧਿਕਾਰ, C. ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। And the correct answer is ਅਗਲਾ ਸਵਾਲ ਹੈ, ਭਾਰਤੀ ਸੰਵਿਧਾਨ ਦੇ ਅਨੁਛੇਦ 32 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 32 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 32 ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to constitutional remedies, B. Right to freedom of religion, C. Cultural and educational rights, or D. None of these. ਪੰਜਾਬੀ ਵਿੱਚ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, B. ਧਾਰਮਿਕ ਸੁਤੰਤਰਤਾ ਦਾ ਅਧਿਕਾਰ, C. ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਅਗਲਾ ਪ੍ਰਸ਼ਨ ਫੇਰ ਅਧਿਕਾਰਾਂ ਬਾਰੇ ਹੀ ਹੈ ਬੇਟਾ। ਭਾਰਤੀ ਸੰਵਿਧਾਨ ਦੇ 25 ਤੋਂ 28 ਅਨੁਛੇਦ ਅਧੀਨ ਕਿਹੜਾ ਮੌਲਿਕ ਅਧਿਕਾਰ ਦਿੱਤਾ ਗਿਆ ਹੈ? Which fundamental right is provided under Article 25 to 28 of the Indian Constitution? ਭਾਰਤੀ ਸੰਵਿਧਾਨ ਦੇ 25 ਤੋਂ 28 ਅਨੁਛੇਦਾਂ ਅਧੀਨ ਕਿਹੜੇ ਮੌਲਿਕ ਅਧਿਕਾਰ ਨੂੰ ਪ੍ਰਦਾਨ ਕੀਤਾ ਗਿਆ ਹੈ? Options are A. Right to constitutional remedies, B. Right to freedom of religion, C. Cultural and educational rights, or D. None of these. ਪੰਜਾਬੀ ਵਿੱਚ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, B. ਧਾਰਮਿਕ ਸੁਤੰਤਰਤਾ ਦਾ ਅਧਿਕਾਰ, C. ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 19 to 22 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to equality, B. Right against exploitation, C. Right to freedom, or D. None of these. ਪੰਜਾਬੀ ਵਿੱਚ A. ਸਮਾਨਤਾ ਦਾ ਅਧਿਕਾਰ, B. ਸ਼ੋਸ਼ਣ ਦੇ ਵਿਰੁੱਧ ਅਧਿਕਾਰ, C. ਸੁਤੰਤਰਤਾ ਦਾ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 18 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? In English, which fundamental right is provided under Article 14 to 18 of the Indian Constitution? ਦੁਹਰਾਉਂਦਾ ਹਾਂ, ਭਾਰਤੀ ਸੰਵਿਧਾਨ ਦੇ
ਅਨੁਛੇਦ 14 ਤੋਂ 18 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to equality, B. Right against exploitation, C. Right to freedom, or D. None of these. ਪੰਜਾਬੀ ਵਿੱਚ A. ਸਮਾਨਤਾ ਦਾ ਅਧਿਕਾਰ, B. ਸ਼ੋਸ਼ਣ ਦੇ ਵਿਰੁੱਧ ਅਧਿਕਾਰ, C. ਸੁਤੰਤਰਤਾ ਦਾ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 23 ਅਤੇ 24 ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 23 to 24 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 23 ਤੋਂ 24 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to equality, B. Right against exploitation, C. Right to freedom, or D. None of these. ਪੰਜਾਬੀ ਵਿੱਚ A. ਸਮਾਨਤਾ ਦਾ ਅਧਿਕਾਰ, B. ਸ਼ੋਸ਼ਣ ਦੇ ਵਿਰੁੱਧ ਅਧਿਕਾਰ, C. ਸੁਤੰਤਰਤਾ ਦਾ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਧਰਮ, ਨਸਲ, ਜਾਤੀ, ਜਨਮ ਸਥਾਨ ਆਦਿ ਦੇ ਆਧਾਰ ਤੇ ਹਰ ਤਰ੍ਹਾਂ ਦੇ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ? ਅੰਡਰ ਵਿਚ ਆਰਟੀਕਲ ਇਜ਼ ਦ ਪ੍ਰੋਹਿਬਿਸ਼ਨ ਆਫ ਐਵਰੀ ਟਾਈਪ ਆਫ discrimination on grounds of religion, race, caste, place of birth, etc. is given? ਦੁਹਰਾਉਂਦਾ ਹਾਂ, ਕਿਸ ਅਨੁਛੇਦ ਦੇ ਅਧੀਨ ਧਰਮ, ਜਾਤੀ, ਨਸਲ, ਜਨਮ ਸਥਾਨ ਆਦਿ ਦੇ ਆਧਾਰ ਤੇ ਹਰ ਤਰ੍ਹਾਂ ਦੇ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ? Options are A. Article 14, B. Article 15, C. Article 16, or D. Article 17. ਪੰਜਾਬੀ ਵਿੱਚ A. Article 14, B. Article 15, C. Article 16, ਜਾਂ D. Article 17. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਦਿੱਤੀ ਗਈ ਹੈ? ਅੰਡਰ ਵਿਚ ਆਰਟੀਕਲ ਆਰ ਦ ਸਿਟੀਜ਼ਨ ਗਿਵਨ ਇਕੁਐਲਿਟੀ ਬਿਫੋਰ ਲਾਅ? ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਜਾਂ ਬਰਾਬਰੀ ਦਿੱਤੀ ਗਈ ਹੈ? Options are A. Article 14, B. Article 15, C. Article 16, or D. Article 17. ਪੰਜਾਬੀ ਵਿੱਚ A. Article 14, B. Article 15, C. Article 16, ਜਾਂ D. Article 17. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਅਵਸਰ ਦੀ ਸਮਾਨਤਾ ਦਿੱਤੀ ਗਈ ਹੈ? ਅੰਡਰ ਵਿਚ ਆਰਟੀਕਲ ਆਰ ਦ ਸਿਟੀਜ਼ਨਸ ਗਿਵਨ ਇਕੁਐਲਿਟੀ ਆਫ ਓਪਰਚੁਨਿਟੀ? ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਅਵਸਰ ਦੀ ਸਮਾਨਤਾ ਦਿੱਤੀ ਗਈ ਹੈ? Options are A. Article 14, B. Article 15, C. Article 16, or D. Article 17. ਪੰਜਾਬੀ ਵਿੱਚ A. Article 14, B. Article 15, C. Article 16,
ਜਾਂ ਡੀ ਆਰਟੀਕਲ 17। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਛੂਆ-ਛੂਤ ਦੀ ਬੁਰਾਈ ਖਤਮ ਕਰ ਦਿੱਤੀ ਗਈ ਹੈ? ਅੰਡਰ ਵਿਚ ਆਰਟੀਕਲ ਇਜ਼ ਦੀ ਈਵਲ ਆਫ ਅਨਟਚੇਬਿਲਿਟੀ ਅਬੋਲਿਸ਼ਡ? ਕਿਸ ਅਨੁਛੇਦ ਦੇ ਅਧੀਨ ਛੂਆ-ਛੂਤ ਦੀ ਬਿਮਾਰੀ ਜਾਂ ਬੁਰਾਈ ਖਤਮ ਕਰ ਦਿੱਤੀ ਗਈ ਹੈ? Options are A. Article 14, B. Article 15, C. Article 16 or D. Article 17। ਪੰਜਾਬੀ ਵਿੱਚ A. Article 14, B. Article 15, C. Article 16 ਜਾਂ D. Article 17। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਉਪਾਧੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈ? ਅੰਡਰ ਵਿਚ ਆਰਟੀਕਲ ਆਰ ਦਾ ਟਾਈਟਲਸ ਅਬੋਲਿਸ਼ਡ? ਕਿਸ ਅਨੁਛੇਦ ਦੇ ਅਧੀਨ ਉਪਾਧੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈ? ਆਪਸ਼ਨਸ ਆਰ A. Article 18, B. Article 19, C. Article 16 or D. Article 17। ਧਿਆਨ ਦੇਣਾ, A. ਅਨੁਛੇਦ 18, B. ਅਨੁਛੇਦ 19, C. ਅਨੁਛੇਦ 16 ਜਾਂ D. ਅਨੁਛੇਦ 17। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਵਰਗੇ ਸਨਮਾਨ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀਆਂ ਵਿਲੱਖਣ ਉਪਲਬਧੀਆਂ ਦੇ ਬਦਲੇ ਕੌਣ ਪ੍ਰਦਾਨ ਕਰ ਸਕਦਾ ਹੈ? Who can give national honor awards like Bharat Ratan, Padam Vibhushan, Padam Bhushan and Padam Shri to any Indian for his or her remarkable achievements? ਦੁਹਰਾਉਂਦਾ ਹਾਂ, ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਜਿਹੇ ਸਨਮਾਨ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀ ਵਿਲੱਖਣ ਉਪਲਬਧੀਆਂ ਬਦਲੇ ਕੌਣ ਪ੍ਰਦਾਨ ਕਰ ਸਕਦਾ ਹੈ? Options are A. President of India, B. Vice President of India, C. Prime Minister of India or D. Chief of Armed Forces। I repeat, A. ਭਾਰਤ ਦੇ ਰਾਸ਼ਟਰਪਤੀ, B. ਭਾਰਤ ਦੇ ਉਪ ਰਾਸ਼ਟਰਪਤੀ, C. ਭਾਰਤ ਦੇ ਪ੍ਰਧਾਨ ਮੰਤਰੀ ਜਾਂ D. ਸਸ਼ਸਤਰ ਬਲਾਂ ਦੇ ਮੁਖੀ। and the correct answer is ਓਕੇ ਬੇਟਾ, ਮੇਰਾ ਕੰਮ ਖਤਮ, ਹੁਣ ਤੁਹਾਡਾ ਕੰਮ ਸ਼ੁਰੂ। ਫਟਾਫਟ ਆਪਣੇ ਆਨਸਰ ਜਿਹੜੇ ਆ ਦਿੱਤੇ ਹੋਏ ਨੰਬਰ 'ਤੇ ਭੇਜ ਦਿਓ ਜੀ। ਨੰਬਰ ਕਿੱਥੇ ਦਿੱਤਾ ਹੋਇਆ ਹੈ? ਚੈਟ ਬਾਕਸ ਅਤੇ ਕਮੈਂਟ ਬਾਕਸ ਵਿੱਚ। ਬੇਟਾ ਇੱਕ ਹੋਰ ਚੀਜ਼, ਅਗਲਾ ਟੌਪਿਕ ਜਿਹੜਾ ਆਪਣਾ ਫੰਡਾਮੈਂਟਲ ਰਾਈਟਸ ਦਾ ਕਲਾਸੀਫਿਕੇਸ਼ਨ, ਯਾਨੀ ਫੰਡਾਮੈਂਟਲ ਰਾਈਟਸ ਜਿਹੜੇ ਆ ਮੌਲਿਕ ਅਧਿਕਾਰ, ਉਹਨਾਂ ਦਾ ਵਰਗੀਕਰਨ। ਇਹ ਲੈਸਨ ਦੀ ਤਿਆਰੀ ਲਈ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਪਿਆ। ਡਿਸਕ੍ਰਿਪਸ਼ਨ ਬਾਕਸ ਵਿੱਚ ਜਾਓ, ਲਿੰਕ ਕਲਿੱਕ ਕਰੋ ਅਤੇ ਵੀਡੀਓ ਵੇਖੋ ਤਾਂ ਕਿ ਕੱਲ੍ਹ ਦੀ ਤਿਆਰੀ ਕਰ ਸਕੋ। ਥੈਂਕ ਯੂ ਬੇਟਾ, ਬਾਏ ਬਾਏ।